ਰੂਹਾਨੀ ਰੰਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜਿਹੜੇ ਸਾਡੇ ਚੈਨਲ ਦੇ ਨਾਲ ਜੁੜੇ ਹਨ ਜਾਂ ਜਿਨ੍ਹਾਂ ਨੇ ਹਲੇ ਜੁੜਨਾ ਹੈ, ਪਰਮਾਤਮਾ ਉਹਨਾਂ ਦੀ ਹਰ ਇੱਕ ਮਨੋਕਾਮਨਾ ਪੂਰੀ ਕਰੇ। ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ। ਅੱਜ ਅਸੀਂ ਦੱਸਾਂਗੇ ਜਿਹੜੇ ਲੋਕ ਕਹਿੰਦੇ ਹਨ ਕਿ ਰੱਬ ਸਾਡੀ ਦੁਆ ਕਬੂਲ ਨਹੀਂ ਕਰਦਾ, ਉਹ ਸਾਡੀ ਸੁਣਦਾ ਨਹੀਂ ਹੈ। ਅਸਲ ਦੇ ਵਿੱਚ ਸਾਨੂੰ ਰੱਬ ਦੇ ਕੋਲੋਂ ਮੰਗਣਾ ਹੀ ਨਹੀਂ ਆਉਂਦਾ ਹੈ। ਕਿਸ ਤਰ੍ਹਾਂ ਮੰਗਣਾ ਹੈ, ਤੁਸੀਂ ਅੱਜ ਦੀ ਵੀਡੀਓ ਪੂਰੀ ਦੇਖਿਓ, ਤੁਹਾਨੂੰ ਸਾਰੀ ਗੱਲ ਸਮਝ ਆ ਜਾਊਗੀ ਕਿ ਅਸੀਂ ਕਿਸ ਤਰ੍ਹਾਂ ਉਸ ਪਰਮਾਤਮਾ ਦੇ ਕੋਲੋਂ ਮੰਗਣਾ ਹੈ। ਜਦੋਂ ਕੋਈ ਵੀ ਇਨਸਾਨ ਕਿਸੇ ਗੁਰੂ ਪੀਰ ਦੀ ਜਗ੍ਹਾ ਦੇ ਉੱਤੇ ਮੱਥਾ ਟੇਕਣ ਜਾਂਦਾ ਹੈ, ਉਹ ਉਸ ਜਗ੍ਹਾ ਤੋਂ ਕੁਝ ਨਾ ਕੁਝ ਜ਼ਰੂਰ ਮੰਗਦਾ ਹੈ। ਗੁਰੂ ਪੀਰਾਂ ਦੇ ਕੋਲੋਂ ਮੰਗਣ ਦਾ ਇੱਕ ਸਹੀ ਤਰੀਕਾ ਹੈ। ਜੇ ਸਾਨੂੰ ਸਹੀ ਤਰੀਕੇ ਨਾਲ ਮੰਗਣਾ ਨਹੀਂ ਆਉਂਦਾ ਤਾਂ ਸਾਨੂੰ ਕੁਝ ਨਹੀਂ ਮਿਲਣਾ। ਸਾਨੂੰ ਮੰਗਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਪੀਰਾਂ ਦੇ ਕੋਲੋਂ ਕਿਸ ਤਰ੍ਹਾਂ ਮੰਗਿਆ ਜਾਂਦਾ ਹੈ। ਇਹ ਇੱਕ ਛੋਟੀ ਜਿਹੀ ਕਹਾਣੀ ਹੈ। ਸਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਕਹਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਸੁਣਿਓ, ਸਾਰੀ ਗੱਲ ਸਮਝ ਆ ਜਾਊਗੀ ਸਾਨੂੰ ਕਿਸ ਤਰ੍ਹਾਂ ਮੰਗਣਾ ਚਾਹੀਦਾ ਹੈ। ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਕਿਸ ਤਰ੍ਹਾਂ ਆਉਣਗੀਆਂ। ਇੱਕ ਵਾਰ ਇੱਕ ਫਕੀਰ ਆਪਣੇ ਸੇਵਕ ਦੇ ਨਾਲ ਯਾਤਰਾ ਕਰ ਰਿਹਾ ਸੀ। ਯਾਤਰਾ ਕਰਦੇ ਕਰਦੇ ਉਹਨਾਂ ਦਾ ਇੱਕ ਨਿਯਮ ਸੀ ਕਿ ਜਦੋਂ ਸ਼ਾਮ ਹੋ ਜਾਂਦੀ ਸੀ, ਜਦੋਂ ਭੋਜਨ ਦਾ ਟਾਈਮ ਹੋ ਜਾਂਦਾ ਸੀ, ਉਹਨਾਂ ਨੇ ਇੱਕੋ ਹੀ ਘਰ ਦਾ ਦਰਵਾਜ਼ਾ ਖੜਕਾਉਣਾ। ਜੇ ਤਾਂ ਉਸ ਘਰ ਦੇ ਵਿੱਚੋਂ ਉਹਨਾਂ ਨੂੰ ਖਾਣ ਨੂੰ ਰੋਟੀ ਮਿਲ ਗਈ ਤਾਂ ਖਾ ਲੈਣੀ, ਜੇ ਨਹੀਂ ਮਿਲੀ ਤਾਂ ਉਹਨਾਂ ਨੇ ਭੁੱਖੇ ਹੀ ਸੌਂ ਜਾਣਾ, ਪੂਰੀ ਰਾਤ ਭੁੱਖੇ ਹੀ ਕੱਟ ਲੈਣੀ। ਉਹ ਯਾਤਰਾ ਕਰਦੇ ਕਰਦੇ ਇੱਕ ਘਰ ਦੇ ਮੂਹਰੇ ਪਹੁੰਚੇ। ਫਕੀਰ ਦੇ ਸੇਵਕ ਨੇ ਦਰਵਾਜ਼ਾ ਖੜਕਾਇਆ। ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਉਸ ਘਰ ਦਾ ਮਾਲਕ ਬਾਹਰ ਆਇਆ। ਉਸ ਨੂੰ ਸੇਵਕ ਨੇ ਕਿਹਾ ਕਿ ਅਸੀਂ ਬਹੁਤ ਦੂਰੋਂ ਯਾਤਰਾ ਕਰਦੇ ਆਏ ਹਾਂ। ਮੈਂ ਤੇ ਮੇਰੇ ਗੁਰੂ, ਸਾਡਾ ਇੱਕ ਅਸੂਲ ਹੈ ਕਿ ਅਸੀਂ ਇੱਕ ਹੀ ਘਰ ਦਾ ਦਰਵਾਜ਼ਾ ਖੜਕਾਉਂਦੇ ਹਾਂ। ਅੱਜ ਅਸੀਂ ਇਸ ਘਰ ਦਾ ਦਰਵਾਜ਼ਾ ਖੜਕਾਇਆ ਹੈ। ਅੱਜ ਸਾਨੂੰ ਕੁਝ ਖਾਣ ਨੂੰ ਦਿਓ। ਜੇ ਤੁਸੀਂ ਸਾਨੂੰ ਕੁਝ ਖਾਣ ਨੂੰ ਦੇ ਦਿੱਤਾ ਤਾਂ ਅਸੀਂ ਖਾ ਲੈਣਾ ਹੈ, ਨਹੀਂ ਤਾਂ ਅਸੀਂ ਭੁੱਖੇ ਹੀ ਸੌਂ ਜਾਣਾ। ਇਹ ਸਾਡਾ ਨਿਯਮ ਹੈ। ਫਿਰ ਉਸ ਘਰ ਦੇ ਮਾਲਕ ਨੇ ਕਿਹਾ ਕਿ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਹੈ। ਕਈ ਵਾਰ ਤਾਂ ਅਸੀਂ ਲੂਣ ਦੇ ਨਾਲ ਵੀ ਰੋਟੀ ਖਾ ਲੈਂਦੇ ਹਾਂ। ਅੱਜ ਵੀ ਸਾਡੇ ਘਰ ਦੇ ਵਿੱਚ ਸਬਜ਼ੀ ਨਹੀਂ ਬਣੀ ਹੈ। ਘਰ ਦੇ ਵਿੱਚ ਕੁਝ ਰੋਟੀਆਂ ਹੈਗੀਆਂ ਆ ਜਿਨ੍ਹਾਂ ਦੇ ਉੱਤੇ ਨਮਕ ਲੱਗਾ ਹੋਇਆ ਹੈ। ਜੇ ਉਹ ਤੁਹਾਨੂੰ ਖਾਣੀਆਂ ਮਨਜ਼ੂਰ ਆ ਤਾਂ ਆ ਕੇ ਤੁਸੀਂ ਖਾ ਲਓ। ਫਿਰ ਸੇਵਕ ਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਭੁੱਖੇ ਰਹਿਣ ਨਾਲੋਂ ਤਾਂ ਠੀਕ ਆ, ਇਹੀ ਖਾ ਲੈਂਦੇ ਆ। ਫਿਰ ਉਸ ਨੇ ਆਪਣੇ ਗੁਰੂ ਨੂੰ ਦੱਸਿਆ। ਫਿਰ ਉਹ ਦੋਨੋਂ ਜਾਣੇ ਅੰਦਰ ਆ ਕੇ ਬੈਠ ਗਏ। ਫਿਰ ਉਹਨਾਂ ਨੇ ਉਹਨਾਂ ਦੇ ਮੂਹਰੇ ਰੋਟੀਆਂ ਰੱਖੀਆਂ। ਫਿਰ ਜਦੋਂ ਫਕੀਰ ਰੋਟੀ ਖਾਣ ਲੱਗੇ ਤਾਂ ਉਹਨਾਂ ਨੇ ਘਰ ਵਾਲਿਆਂ ਨੂੰ ਪੁੱਛਿਆ ਕਿ ਬੇਟਾ ਤੁਸੀਂ ਰੋਟੀ ਖਾ ਲਈ ਆ। ਫਿਰ ਘਰਦਿਆਂ ਨੇ ਕਿਹਾ ਕਿ ਜੋ ਕੁਝ ਵੀ ਹੈਗਾ ਸੀ ਅਸੀਂ ਉਹ ਤੁਹਾਡੇ ਮੂਹਰੇ ਰੱਖ ਦਿੱਤਾ। ਫਿਰ ਫਕੀਰ ਨੇ ਕੁਝ ਰੋਟੀਆਂ ਉਹਨਾਂ ਨੂੰ ਵੀ ਦਿੱਤੀਆਂ। ਫਿਰ ਉਹਨਾਂ ਨੇ ਆਪਣਾ ਖਾਣਾ ਖਤਮ ਕੀਤਾ। ਫਿਰ ਸੇਵਕ ਨੇ ਫਕੀਰ ਨੂੰ ਕਿਹਾ ਕਿ ਗੁਰੂ ਜੀ, ਤੁਸੀਂ ਤਾਂ ਬਹੁਤ ਕਰਨੀ ਦੇ ਮਾਲਕ ਹੋ, ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ। ਇਹਨਾਂ ਤੇ ਬਹੁਤ ਗਰੀਬੀ ਆ, ਇਹਨਾਂ ਦੀ ਜ਼ਿੰਦਗੀ ਬਦਲੋ। ਅਸੀਂ ਇਸ ਘਰ ਦਾ ਨਮਕ ਖਾਧਾ ਹੈ, ਤੁਸੀਂ ਕੁਝ ਇਸ ਤਰ੍ਹਾਂ ਕਰੋ ਕਿ ਇਸ ਘਰ ਦੀ ਗਰੀਬੀ ਦੂਰ ਹੋ ਜਾਵੇ, ਇਹਨਾਂ ਦੇ ਘਰ ਦੇ ਵਿੱਚ ਵੀ ਖੁਸ਼ੀਆਂ ਆ ਜਾਣ। ਫਿਰ ਫਕੀਰ ਨੇ ਆਪਣੀਆਂ ਅੱਖਾਂ ਬੰਦ ਕਰਕੇ ਖੋਲ੍ਹੀਆਂ। ਫਿਰ ਕਿਹਾ ਬੇਟਾ, ਮੈਂ ਵੀ ਇਹੀ ਚਾਹੁੰਦਾ ਹਾਂ ਕਿ ਇਸ ਘਰ ਨੂੰ ਖੁਸ਼ੀਆਂ ਦੇ ਨਾਲ ਭਰ ਦੇਵਾਂ। ਮੈਨੂੰ ਇਹਨਾਂ ਦੇ ਮਨ ਦੀ ਅਵਸਥਾ ਦੇਖ ਕੇ ਇਹ ਲੱਗਦਾ ਹੈ ਕਿ ਇਹਨਾਂ ਦੇ ਹਾਲਾਤ ਨਹੀਂ ਬਦਲਣਗੇ, ਕਿਉਂਕਿ ਇਨਸਾਨ ਨੇ ਕੁਝ ਪ੍ਰਾਪਤ ਕਰਨਾ ਹੋਵੇ ਰੱਬ ਦੇ ਘਰ ਵਿੱਚੋਂ ਆਪਣੇ ਵਿਸ਼ਵਾਸ ਦੇ ਨਾਲ ਤੇ ਆਪਣੀ ਸਮਝ ਦੇ ਨਾਲ ਹੀ ਪ੍ਰਾਪਤ ਕਰਦਾ ਹੈ। ਫਿਰ ਸੇਵਕ ਨੇ ਕਿਹਾ ਕਿ ਗੁਰੂ ਜੀ, ਮੇਰੀ ਮਿਹਨਤ ਆ, ਤੁਸੀਂ ਕਰੋ ਕੁਝ ਐਸਾ, ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ। ਫਿਰ ਫਕੀਰ ਨੇ ਕਿਹਾ ਠੀਕ ਆ, ਜੇ ਤੂੰ ਕਹਿਣਾ ਆ ਤਾਂ ਕੋਸ਼ਿਸ਼ ਕਰਕੇ
ਦੇਖ ਲੈਨੇ ਆ। ਇੱਥੇ ਗੱਲ ਸਮਝਣ ਵਾਲੀ ਆ। ਫਿਰ ਫਕੀਰ ਜੀ ਨੇ ਉਹਨਾਂ ਤਿੰਨਾਂ ਨੂੰ ਬੁਲਾਇਆ। ਉਹ ਘਰ ਦੇ ਵਿੱਚ 3 ਜਾਣੇ ਸੀ, ਇੱਕ ਮਾਲਕ, ਉਹਦੀ ਘਰਵਾਲੀ, ਇੱਕ ਉਹਨਾਂ ਦਾ ਬੇਟਾ। ਫਿਰ ਫਕੀਰ ਨੇ ਕਿਹਾ, ਤੁਸੀਂ ਸਾਨੂੰ ਭੁੱਖਿਆਂ ਨੂੰ ਭੋਜਨ ਦਿੱਤਾ, ਤੁਹਾਡੀ ਇਸ ਸੇਵਾ ਤੋਂ ਸਾਨੂੰ ਬਹੁਤ ਖੁਸ਼ੀ ਹੋਈ ਆ। ਇਸ ਲਈ ਮੈਂ ਤੁਹਾਨੂੰ ਤਿੰਨਾਂ ਨੂੰ ਇੱਕ ਇੱਕ ਵਰਦਾਨ ਦੇਣਾ ਚਾਹੁੰਦਾ ਹਾਂ। ਤੁਸੀਂ ਜੋ ਜੋ ਮੰਗੋਗੇ ਉਹੀ ਤੁਹਾਨੂੰ ਮਿਲੂਗਾ। ਬੇਟੇ ਨੇ ਆਪਣੀ ਮਾਂ ਦੇ ਵੱਲ ਇਸ਼ਾਰਾ ਕੀਤਾ। ਫਿਰ ਉਸਨੇ ਕਿਹਾ, ਸੱਚੀ ਗੁਰੂ ਜੀ, ਜੋ ਮੈਂ ਮੰਗਾਂਗੀ ਉਹੀ ਮਿਲੂਗਾ। ਫਕੀਰ ਨੇ ਕਿਹਾ, ਜੋ ਤੁਸੀਂ ਮੰਗੋਗੇ ਉਹੀ ਮਿਲੂਗਾ। ਉਸ ਔਰਤ ਨੇ ਫਕੀਰ ਤੋਂ ਮੰਗਿਆ ਕਿ ਮੈਨੂੰ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਬਣਾ ਦਿਓ। ਫਕੀਰ ਨੇ ਆਸ਼ੀਰਵਾਦ ਦਿੱਤਾ। ਫਿਰ ਉਹ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਬਣ ਗਈ। ਉਸ ਦਾ ਰੂਪ ਬਦਲ ਗਿਆ। ਫਿਰ ਉਸ ਦੇ ਘਰ ਵਾਲੇ ਨੇ ਜਦੋਂ ਦੇਖਿਆ ਕਿ ਮੈਂ ਤਾਂ ਇਸ ਦੇ ਅੱਗੇ ਬੁੱਢਾ ਜਿਹਾ ਲੱਗ ਰਿਹਾ ਹਾਂ, ਇਹ ਇੰਨੀ ਸੋਹਣੀ ਬਣ ਗਈ ਹੈ, ਇਹਨੇ ਤਾਂ ਮੈਨੂੰ ਛੱਡ ਕੇ ਚਲਾ ਜਾਣਾ ਹੈ, ਉਸ ਦੇ ਮਨ ਦੇ ਵਿੱਚ ਜਲਨ ਹੋਣ ਲੱਗ ਪਈ। ਫਿਰ ਫਕੀਰ ਨੇ ਕਿਹਾ, ਬੇਟਾ ਹੁਣ ਤੇਰੀ ਵਾਰੀ ਆ, ਦੱਸ ਤੂੰ ਕੀ ਮੰਗਣਾ ਹੈ। ਫਿਰ ਉਸ ਦੇ ਘਰ ਵਾਲੇ ਨੇ ਸੋਚਿਆ ਕਿ ਇਹਨੇ ਤਾਂ ਕੱਲ ਨੂੰ ਮੈਨੂੰ ਛੱਡ ਕੇ ਰਾਜਾ ਮਹਾਰਾਜੇ ਦੇ ਕੋਲ ਚਲੇ ਜਾਣਾ ਹੈ। ਫਿਰ ਉਸਨੇ ਮੰਗਿਆ ਕਿ ਤੁਸੀਂ ਇਸ ਨੂੰ ਬਾਂਦਰੀ ਬਣਾ ਦਿਓ। ਫਿਰ ਫਕੀਰਾਂ ਨੇ ਆਸ਼ੀਰਵਾਦ ਦਿੱਤਾ ਤਾਂ ਉਹ ਬਾਂਦਰੀ ਬਣ ਗਈ। ਫਿਰ ਉਹ ਬਾਂਦਰ ਵਾਲੀਆਂ ਹਰਕਤਾਂ ਕਰਨ ਲੱਗ ਪਈ। ਫਿਰ ਵਾਰੀ ਆਈ ਉਹਨਾਂ ਦੇ ਬੇਟੇ ਦੀ। ਫਕੀਰ ਨੇ ਕਿਹਾ, ਦੱਸ ਬੇਟਾ, ਤੂੰ ਕੀ ਮੰਗਣਾ ਹੈ। ਫਿਰ ਲੜਕੇ ਨੇ ਦੇਖਿਆ ਕਿ ਮੇਰੀ ਮਾਂ ਤਾਂ ਬਾਂਦਰੀ ਬਣ ਬੈਠੀ ਆ, ਮੈਂ ਆਪਣੀ ਮਾਂ ਤੋਂ ਬਿਨਾਂ ਕਿੱਦਾਂ ਰਹੂੰਗਾ। ਫਿਰ ਉਸਨੇ ਫਕੀਰ ਨੂੰ ਕਿਹਾ ਕਿ ਤੁਸੀਂ ਮੇਰੀ ਮਾਂ ਨੂੰ ਵਾਪਸ ਪਹਿਲਾਂ ਵਰਗੀ ਕਰ ਦਿਓ, ਮੈਨੂੰ ਮੇਰੀ ਮਾਂ ਚਾਹੀਦੀ ਆ। ਫਿਰ ਫਕੀਰ ਨੇ ਆਸ਼ੀਰਵਾਦ ਦਿੱਤਾ ਤਾਂ ਉਹ ਪਹਿਲਾਂ ਵਰਗੀ ਬਣ ਗਈ। ਫਿਰ ਫਕੀਰ ਨੇ ਆਪਣੇ ਸੇਵਕ ਨੂੰ ਕਿਹਾ ਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹਨਾਂ ਦੇ ਹਾਲਾਤ ਨਹੀਂ ਬਦਲ ਸਕਦੇ, ਕਿਉਂਕਿ ਹਾਲਾਤ ਬੰਦੇ ਦੇ ਉਦੋਂ ਬਦਲਦੇ ਹੁੰਦੇ ਆ ਜਦੋਂ ਬੰਦੇ ਦੀ ਸੋਚ ਬਦਲਦੀ ਆ, ਜਦੋਂ ਬੰਦੇ ਦਾ ਮਨ ਬਦਲਦਾ ਆ। ਸਾਨੂੰ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਕਿਉਂਕਿ ਔਰਤ ਨੇ ਮੰਗਿਆ, ਬੇਟੇ ਨੇ ਮੰਗਿਆ, ਬਾਪ ਨੇ ਮੰਗਿਆ। ਕਾਰਨ ਕੀ ਸੀ? ਔਰਤ ਨੇ ਮੰਗਿਆ ਆਪਣੇ ਵਾਸਤੇ ਮੈਂ ਸੋਹਣੀ ਬਣ ਜਾਵਾਂ। ਉਸ ਦੇ ਪਤੀ ਦੇ ਮਨ ਦੇ ਵਿੱਚ ਜਲਨ, ਈਰਖਾ ਸੀ ਕਿ ਮੇਰੇ ਤੋਂ ਅੱਗੇ ਕੋਈ ਕਿੱਦਾਂ ਵੱਧ ਜਾਵੇ, ਕੋਈ ਕਿੱਦਾਂ ਤਰੱਕੀ ਕਰ ਜਾਵੇ, ਕੋਈ ਸਫਲ ਕਿੱਦਾਂ ਹੋ ਜਾਵੇ। ਕਈ ਇਨਸਾਨ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਦੂਜਿਆਂ ਨੂੰ ਅੱਗੇ ਵਧਦਾ ਦੇਖ ਕੇ ਜਲਦੇ ਹਨ। ਜਿਹੜੇ ਇਨਸਾਨ ਦੂਜਿਆਂ ਦੇ ਨਾਲ ਜਲਨ ਕਰਦੇ ਹਨ, ਉਹ ਇਨਸਾਨ ਕਦੇ ਵੀ ਅੱਗੇ ਵਧ ਨਹੀਂ ਸਕਦੇ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਤਾਂ ਸਾਨੂੰ ਦੂਜਿਆਂ ਤੋਂ ਜਾਣਨਾ ਬੰਦ ਕਰਨਾ ਪਊਗਾ। ਸਾਨੂੰ ਖੁਦ ਅੱਗੇ ਵਧਣ ਬਾਰੇ ਸੋਚਣਾ ਚਾਹੀਦਾ ਹੈ। ਫਿਰ ਲੜਕੇ ਨੇ ਮੰਗਿਆ ਕਿ ਮੇਰੀ ਮਾਂ ਜਿਸ ਤਰ੍ਹਾਂ ਦੀ ਹੈਗੀ ਸੀ, ਇਸ ਨੂੰ ਉਸ ਤਰ੍ਹਾਂ ਦਾ ਹੀ ਕਰ ਦਿਓ। ਸਾਨੂੰ ਰੱਬ ਦੇ ਕੋਲੋਂ ਆਪਣੇ ਪਰਿਵਾਰ ਦੇ ਵਾਸਤੇ ਹੀ ਨਹੀਂ ਮੰਗਣਾ ਚਾਹੀਦਾ ਹੈ। ਜੇ ਮੰਗਣਾ ਹੈ ਤਾਂ ਹੀ ਮੰਗੋ। ਹੀ ਮਾਲਕਾ, ਸਭ ਨੂੰ ਖੁਸ਼ੀਆਂ ਦੇਈ, ਸਭ ਦੇ ਘਰਾਂ ਦੇ ਵਿੱਚ ਰਿਜ਼ਕ ਬਰਕਤ ਪਾਈ, ਸਭ ਦੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇਈ, ਸਭ ਦੇ ਘਰਾਂ ਦੇ ਵਿੱਚ ਪਿਆਰ ਹੋਵੇ, ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਹੋਵੇ। ਜਦੋਂ ਅਸੀਂ ਇਹ ਅਰਦਾਸ ਕਰਾਂਗੇ ਤਾਂ ਸਭ ਦਾ ਭਲਾ ਹੋਵੇਗਾ। ਫਿਰ ਤੁਸੀਂ ਆਪ ਹੀ ਅੱਗੇ ਵਧੋਗੇ। ਇਹ ਸੰਸਾਰ ਵੀ ਸੁੱਖ ਦਾ ਘਰ ਬਣ ਜਾਊਗਾ।